मैं कहना है भाई तुम सारे पढ़ के आए हो जे कोई किसी को किते माड़ी मोटी कोई है नहीं सानू कही जाते आपने ठिकरा भी सारे सिर पर नहीं जाने जी नहीं ਇਹ ਆਪਣਾ ਠਿਕਰਾ ਵੀ ਸਾਡੇ ਸਿਰ ਪਰ ਨਹੀਂ ਜਾਂਦੇ ਸਰਕਾਰ ਤੇ ਤੁਸੀਂ ਪਾਸ ਨਹੀਂ ਕਰਾ ਕੇ ਅਸੀਂ ਭੇਜਦੇ ਆ ਆਊਟ ਕਰਕੇ ਗਏ ਹਾਜ਼ਰ ਤਾਂ ਸੀਗੇ ਹਾਂ ਉਹ ਹਾਜ਼ਰ ਸੀ ਹੁਣ ਹਾਜ਼ਰ ਸੀਗੇ ਤੁਸੀਂ ਵਾਕ ਆਊਟ ਇਸੇ ਕਰਕੇ ਸਾਡੇ ਏਰੀਆ ਨੂੰ ਤੁਸੀਂ ਦੇਖੋ ਨਾ ਨਹੀਂ ਕਰਨਾ ਸਾਹਿਬ ਦਾ ਰਹਿਣ ਦੱਸਦਾ ਆਪਣਾ ਤੂੰ ਦਿਹਾਤੀ ਨਹੀਂ ਕਮੇਟੀ ਬਣਾਈ ਬਣਾਉਣ ਨੂੰ ਕਿਹਾ ਸੀ ਪ੍ਰੋਪਰ ਟੈਕਸ ਬਾਰੇ ਹੈ ਜੀ ਬਈ ਚਲੋ ਅਸੀਂ ਰੈਂਟ ਨੂੰ ਨਾ ਘਟਾ ਲਾਂਗੇ ਉਹ ਕਮੇਟੀ ਇਸ ਕਰਕੇ ਥੋੜਾ ਜਿਹਾ ਕਿਤਨਾ ਕਿਤੇ ਇਹਨੂੰ ਰੱਖਿਆ ਜੇ ਵਾਧਾ ਆ ਜਾਊਗਾ ਕੋਸ਼ਿਸ਼ ਕਰਾਂਗੇ हेलो मेयर साहब थैंक यू ਜਿਹੜਾ ਬਜਟ ਆ ਉਹਦੇ ਵਿੱਚ ਇਨਕਮ ਜਿੱਥੇ ਵਧਾਉਣ ਦੀ ਗੱਲ ਕੀਤੀ ਹੈ ਪ੍ਰਾਪਰਟੀ ਟੈਕਸ ਦੀ ਉਹਦੇ ਵਿੱਚ ਮੈਂ ਇਹਨਾਂ ਨਾਲ ਸਹਿਮਤ ਹਾਂ ਕਿ 12 ਕਰੋੜ ਰੁਪਏ ਜਿਹੜਾ ਨਾ ਰੱਖਿਆ ਹੈ ਉਹ ਕਿਉਂਕਿ 12-13 ਕਰੋੜ ਕਿਉਂਕਿ ਰੇਟ ਕਾਫੀ ਗਵਰਨਮੈਂਟ ਨੇ ਘਟਾਤੇ ਨੇ ਅਗੇ 15 ਤੋਂ 20 ਕਰੋੜ ਰੁਪਏ ਚਾਹੀਦਾ ਆਪਾਂ ਉਲਟਾ 10 ਕਰੋੜ ਕਮਾਈ ਕਰ ਰਹੇ ਆ 8 ਕਰੋੜ ਘਟਾਤੀ ਇਹਦੀ ਜਿਹੜੀ ਆ ਮੈਨੂੰ ਸਮਝ ਤੋਂ ਬਾਹਰ ਆ ਵੀ ਇੱਥੇ ਕਿੱਥੇ ਨੈਗਲੀਜੈਂਸੀ ਰਹੀ ਆ ਇਸ ਕਲੈਕਸ਼ਨ ਡਿਪਾਰਟਮੈਂਟ ਬਲਾਕ ਨੂੰ ਵੀ ਇਹ ਕਿਉਂ ਇਹਨੂੰ ਕੀਤਾ ਜਾ ਇਹਨੂੰ ਮਿਨੀਮਮ 15 ਕਰੋੜ ਰੁਪਏ ਕੀਤਾ ਜਾਵੇ ਕੋਸ਼ਿਸ਼ ਕੀਤੀ ਜਾਵੇ ਵੀ 15 ਕਰੋੜ ਰੁਪਏ ਤੋਂ ਮੇਰਾ ਹਿਸਾਬ ਹੈ ਸਾਹਿਬ ਜਿੰਨਾ ਤੁਹਾਡਾ ਤਜਰਬਾ ਹੈ ਤੁਸੀਂ ਇੱਕ ਮਾੜੀ ਚੁੰਗੀ ਲਵੇਟਣੀ ਆ ਇਹਨੂੰ 18 ਕਰੋੜ ਤੱਕ ਖਰਚ ਸਕਦੇ ਹੋ ਬਾਕੀ ਤੁਹਾਡੀ ਗੱਲ ਵੀ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਮਤਲਬ ਉਹਨੂੰ ਬਿਊਟੀਫਿਕੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਜੇ ਕਿਤੇ ਕਿਤੇ ਹੋਰ ਚੰਗੀ ਤਰ੍ਹਾਂ ਗੌਰ ਕਰਦੇ ਹੋ ਜਿਹੜੀ ਬੜੀ ਜਾਂਦੀ ਲੋਕਾਂ ਨੂੰ ਸਰ ਮੇਰਾ ਜਿਹੜਾ ਖਰਚਾ ਹੈ ਮੈਂ ਇਹ ਪਹਿਲਾਂ ਦਫ਼ਤਰ ਬਣਾਉਂਦੇ ਬਣਾਉਂਦੇ ਫਿਰਦੇ ਹਾਂ ਤੁਸੀਂ ਹਾਂਜੀ ਦਫ਼ਤਰ ਬਣਾਉਂਦੇ ਤੁਹਾਡੇ ਵਾਸਤੇ ਦਫ਼ਤਰ ਤਿੰਨ ਬਹੁਤ ਵਧੀਆ ਪਹਿਲਾਂ ਹੀ ਬਣ ਚੁੱਕੇ ਆ ਜੇ ਕੁਝ ਮਾੜਾ ਤਾਂ ਦੱਸ ਦਿਓ ਹੁਣ ਜਿਹੜੇ ਅਸੀਂ ਪਹਿਲੀ ਮੀਟਿੰਗ ਤੇ ਰੌਲਾ ਪਾਉਂਦੇ ਸਾਡੇ ਬੈਠਣ ਦਾ ਇੰਤਜ਼ਾਮ ਤੁਸੀਂ ਕਰਦੇ ਹੋ ਖਰਚਦਾ ਪਹਿਲਾਂ ਸਾਡੇ ਇੱਕ 10 ਸੀਟ ਅਰੇਂਜਮੈਂਟ ਕਰ ਦਿਓ ਇਹਦਾ ਆਪਾਂ ਦਫ਼ਤਰ ਰਹੇ ਸਾਹਿਬ ਦਾ ਹਾਂਜੀ ਜਰਸੀ ਚੋਂ ਪਹੁੰਚੇ ਕਾ ਫੇਰ ਕੰਕ ਨਹੀਂ ਸਕਦਾ ਕਲੀਅਰ ਹੋ ਜਾ ਇਹਨਾਂ ਨੇ ਕਹਿਣ ਦਾ ਮਤਲਬ ਵੀ ਆਪਾਂ ਚੰਗੀ ਜਗ੍ਹਾ ਤੇ ਬੈਠਾਂਗੇ ਚੰਗੀ ਸੋਚੋ ਅਸੀਂ ਚੰਗਾ ਵਿਜ਼ਨ ਹੋਊਗਾ ਚੰਗੀ ਸਾਡੇ ਅਫਸਰ ਕਾਰਪੋਰੇਸ਼ਨ ਦੇ ਵਿੱਚ ਜਾਂ ਲੋਕਲ ਸੈਲਫ ਗਵਰਨਮੈਂਟ ਦੇ ਵਿੱਚ ਕੰਪੀਟੈਂਟ ਹੈ ਨਹੀਂ क्या ਸਾਡੇ ਕੋਲ ਅਫਸਰ ਅਵੇਲੇਬਲ ਨਹੀਂ ਹੈ ਕਿ ਆਪਾਂ ਲੋਕ ਉੱਥੇ ਕੰਮ ਨਹੀਂ ਕਰ ਸਕਦੇ ਪਰਫਾਰਮ ਨਹੀਂ ਕਰ ਸਕਦੇ ਅੱਜ 106 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਪਾਸ ਕੀਤਾ ਗਿਆ ਜਿਹਦੇ ਵਿੱਚ ਵੱਖ-ਵੱਖ ਵਾਰਡਾਂ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਪੂਰੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਮੁਲਾਜ਼ਮਾਂ ਦੇ ਕੰਮ ਨੇ ਔਰ ਹੋਰ ਜਿਹੜੇ ਕੰਮ ਹੋਣ ਵਾਲੇ ਨੇ ਉਹ ਸਾਰੇ ਪਾਏ ਗਏ ਨੇ ਔਰ ਸਾਰੇ ਵਰਗਾਂ ਨੂੰ ਬਕਾਇਦਾ ਤੌਰ ਤੇ ਇਹਦੇ ਵਿੱਚ ਜਗ੍ਹਾ ਦਿੱਤੀ ਗਈ ਆ ਹਰ ਇੱਕ ਤਰੀਕੇ ਦੀ ਡਿਵੈਲਪਮੈਂਟ ਹੋ ਸਕੇ ਮੋਹਾਲੀ ਦੇ ਵਿੱਚ ਐਦਾਂ ਦਾ ਬਜਟ ਲੈ ਕੇ ਆਏ ਨੇ ਸਾਡੇ ਕਮਿਸ਼ਨਰ ਸਾਹਿਬ ਇਹਨਾਂ ਦਾ ਵੀ ਮੈਂ ਬੜਾ ਧੰਨਵਾਦੀ ਹਾਂ ਪਰ ਮੈਂਬਰਾਂ ਦਾ ਵੀ ਮੈਂ ਬੜਾ ਧੰਨਵਾਦੀ ਹਾਂ ਵੀ ਇਹਨਾਂ ਨੇ ਬੜੇ ਚੰਗੇ ਮਾਹੌਲ ਦੇ ਵਿੱਚ ਬਹੁਤ ਵਧੀਆ ਡਿਸਕਸ਼ਨ ਵੀ ਕੀਤੀ ਔਰ ਕੁਝ ਮੁੱਦੇ ਵੀ ਉਠਾਏ ਬਜਟ ਦੇ ਬਾਰੇ ਜਿਹੜੇ ਅਸੀਂ ਬਕਾਇਦਾ ਤੌਰ ਤੇ ਵਿੱਚ ਸ਼ਾਮਲ ਕਰ ਲਾਂਗੇ ਔਰ ਇਹ ਬਜਟ ਪਾਸ ਹੋਇਆ ਅੱਜ ਦਾ ਮੋਹਾਲੀ ਦਾ ਔਰ ਮੋਹਾਲੀ ਨੂੰ ਨਵੀਂ ਰੂਹ ਆ ਜਿਹੜੀ ਉਹ ਮਿਲੂਗੀ ਆਉਣ ਵਾਲੇ ਟਾਈਮ ਦੇ ਵਿੱਚ ਵਧਾਇਆ ਵੀ ਗਿਆ ਹੁਣ ਨਵਾਂ ਬਜਟ ਐਡ ਕੀਤਾ ਕੁਝ ਹਾਂਜੀ ਪਿਛਲੇ ਬਜਟ ਨਾਲੋਂ ਘੱਟੋ ਘੱਟ 10% ਜਿਹੜਾ ਇਹਦੇ ਵਿੱਚ ਇਨਕਰੀਜ਼ ਕੀਤਾ ਗਿਆ ਤੇ ਮੇਰਾ ਖਿਆਲ ਆ ਵੀ 10% ਤੱਕ ਇਹ ਸਾਡੇ ਬੰਦੇ ਸੀਮਤ ਨਹੀਂ ਰਹਿਣਗੇ ਤੇ ਹੋਰ ਵੀ ਇਹਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਸਾਲ ਦੇ ਵਿੱਚ ਆਮਦਨ ਹੈ ਜਿਹੜੀ ਕਿਉਂਕਿ ਜੇ ਆਮਦਨ ਹੋਊਗੀ ਤਾਂ ਡਿਵੈਲਪਮੈਂਟ ਹੋਊਗੀ ਨਵੀਆਂ ਭਰਤੀਆਂ ਨੂੰ ਲੈ ਕੇ ਕੀਤਾ ਜਾ ਰਿਹਾ ਕਿੰਨੀਆਂ ਭਰਤੀਆਂ ਅਸੀਂ ਕਾਫੀ ਜ਼ਿਆਦਾ ਜਿਹੜੇ ਆ ਨਵੇਂ ਵੱਖ-ਵੱਖ ਜਿਹੜੇ ਅਹੁਦਿਆਂ ਵਾਸਤੇ ਡਿਮਾਂਡ ਕੀਤੀ ਹੈ ਸਰਕਾਰ ਤੋਂ ਕਿਉਂਕਿ ਸਰਕਾਰ ਦੇ ਕੋਲ ਇਹਦੀ ਪਾਵਰ ਹੈ ਦੇਣ ਦੀ ਅਸੀਂ ਉਹਨਾਂ ਤੋਂ ਡਿਮਾਂਡ ਕੀਤੀ ਆ ਐਕਸੀਐਨ ਨੇ 2 3 4 ਤੋਂ 5 ਸਾਡੇ ਕੋਲ ਐਸਡੀਓ ਨੇ ਜੇਈਜ਼ ਨੇ ਡਰਾਈਵਰ ਨੇ ਵੱਖ-ਵੱਖ ਜਿਹੜੇ ਨੇ ਉਹ ਅਸੀਂ ਅਸਾਮੀਆਂ ਦੀ ਮੰਗ ਕੀਤੀ ਹੈ ਜਿਹੜੀ ਲੱਗਦਾ ਵੀ ਸਾਨੂੰ ਮਿਲ ਜੂਗੀ ਤੇ ਜਿਹਦੇ ਨਾਲ ਕੰਮ ਸੁਚਾਰੂ ਢੰਗ ਦੇ ਨਾਲ ਚੱਲੂਗਾ ਬਕਾਇਦਾ ਤੌਰ ਤੇ 20 ਕਰੋੜ ਦੇ ਲਗਭਗ ਵਿਕਾਸ ਕਾਰਜਾਂ ਦੇ ਟੈਂਡਰ ਲੱਗ ਚੁੱਕੇ ਨੇ ਵਰਕ ਆਰਡਰ ਹੋ ਚੁੱਕੇ ਨੇ ਔਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਜਾਂ ਕਹਿੰਦੇ ਹਫ਼ਤੇ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਜਾਂ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਇਹ ਕੰਮ 15 ਦੇ ਵਿੱਚ ਇਹ ਕੰਮ ਸਾਰਾ ਇਹ ਸ਼ੁਰੂ ਹੋ ਜਾਊਗਾ ਜਿੰਨੇ ਵੀ ਅਸੀਂ ਵਰਕ ਆਰਡਰ ਦਿੱਤੇ ਹੋਏ ਨੇ 20 ਕਰੋੜ ਦੇ ਲਗਭਗ ਨਹੀਂ ਇਹਦੇ 'ਚ ਬਾਈ ਜੀ ਇਹ ਹੈਗਾ ਵੀ ਜਦੋਂ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ ਨਾ 18/9/2015 ਨੂੰ ਉਦੋਂ ਸਾਰੇ ਵਾਰਡਸ ਦੇ ਕੁਝ ਕੰਮ ਲਿਖ ਕੇ ਪਾਸ ਕਰਵਾਏ ਗਏ ਸੀ ਕਿਸੇ ਦਾ ਥੋੜਾ ਸੀ ਕਿਸੇ ਦਾ ਵੱਧ ਸੀਗਾ ਚਲੋ ਸਾਡਾ ਵੀ ਸੀਗਾ 23 ਨੰਬਰ ਵਾਰਡ ਦਾ ਕੋਈ 6 ਲੱਖ ਦਾ ਕੰਮ ਪਰ ਉਹਨੂੰ 6 ਮਹੀਨੇ ਬੀਤ ਚੁੱਕੇ ਨੇ ਹੁਣ ਤੱਕ ਤਾਂ ਉਹ ਕੰਮ ਕਦੋਂ ਦਾ ਖਤਮ ਹੋ ਚੁੱਕਿਆ ਹੋਣਾ ਚਾਹੀਦਾ ਸੀਗਾ ਅਗਲਾ ਕੰਮ ਹੀ ਹੋਰ ਕੋਈ ਸ਼ੁਰੂ ਹੁੰਦਾ ਉਹਦੀ ਗੱਲ ਕਰਦੇ ਕਿਉਂਕਿ ਇਹਦੇ ਵਿੱਚ ਇਹ ਹੁੰਦਾ ਲੰਮਾ ਸਮਾਂ ਨਹੀਂ ਕਿਸੇ ਕੰਮ ਨੂੰ ਲਟਕਾਉਣਾ ਚਾਹੀਦਾ ਜਿਹੜਾ ਕੰਮ ਪਾਸ ਹਾਊਸ ਦੇ ਵਿੱਚ ਹੋ ਗਿਆ ਉਹਨੂੰ 2-3 ਮਹੀਨੇ ਦੇ ਵਿੱਚ ਕਲੀਅਰ ਕਰ ਦੇਣਾ ਚਾਹੀਦਾ ਤਾਂ ਕਿ ਕੋਈ ਅਗਲੀ ਗੱਲ ਹੋਵੇ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕੀਤੀ ਸੀ ਹੁਣ ਸਾਨੂੰ ਮੇਅਰ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਜਿਹੜਾ ਵੀ ਕੰਮ ਸੀਗਾ ਹਫ਼ਤੇ ਦੇ ਅੰਦਰ ਅੰਦਰ ਅਸੀਂ ਸ਼ੁਰੂ ਕਰ ਦੇਵਾਂਗੇ
ਜਿੰਨੇ ਕਿਤੇ ਨਹੀਂ ਕਿਤੇ ਕੁਝ ਨਹੀਂ ਹੋਇਆ। ਨਾ ਜੀ ਨਾ, ਉਹ ਅਜੇ ਲਟਕਿਆ ਹੀ ਹੋਇਆ। ਕੋਈ ਇੱਕ ਤਾਂ ਪਤਾ ਨਹੀਂ ਕਿੱਦਾਂ ਦੇ ਪ੍ਰੋਸੀਜਰ ਹੈਗੇ ਆ, ਕੋਈ ਟੈਂਡਰ ਹੁੰਦਾ, ਕੀ ਹੁੰਦਾ, ਕਿੱਦਾਂ ਹੁੰਦੇ ਨੇ। ਮਤਲਬ ਹਰੇਕ ਕੰਮ ਦਾ ਕੋਈ ਟਾਈਮ ਹੁੰਦਾ, 2-3 ਮਹੀਨੇ ਮਤਲਬ ਅਨਾਫ ਹੁੰਦੇ ਨੇ ਜੋ ਚੀਜ਼ ਹਾਊਸ ਦੇ ਵਿੱਚ ਪਾਸ ਹੋ ਗਈ। ਇੰਨਾ ਲਟਕਾਉਣਾ ਨਹੀਂ ਚਾਹੀਦਾ, ਤਾਂ ਕਿ ਇੱਕ ਕੰਮ ਦੇ ਮਗਰ ਅਸੀਂ ਵੀ ਲੋਕਾਂ ਨੂੰ ਕਹਿ ਚੁੱਕੇ ਹੁੰਦੇ ਆ ਵੀ ਤੁਹਾਡਾ ਕੰਮ ਇੰਨੇ ਦਿਨ ਨੂੰ ਹੋ ਜਾਣਾ। ਉਹ ਅਗਲੇ ਸਾਨੂੰ ਪੁੱਛਦੇ ਨੇ। ਇੱਥੇ ਪ੍ਰੋਸੀਜਰ ਇਹਨਾਂ ਦੇ ਲੰਬੇ ਇੰਨੇ ਹੈਗੇ ਆ ਜਾਂ ਕੀ ਹੁੰਦਾ ਉਹ ਨਹੀਂ ਮੈਂ ਕਹਿ ਸਕਦਾ, ਪਰ ਇੰਨਾ ਸਮਾਂ ਲੰਘਣਾ ਨਹੀਂ ਚਾਹੀਦਾ। 2-3 ਮਹੀਨੇ ਦੇ ਵਿੱਚ ਜੋ ਵਿਕਾਸ ਦਾ ਕੰਮ ਹਾਊਸ 'ਚ ਪਾਸ ਹੋ ਗਿਆ ਉਹ 2-3 ਮਹੀਨੇ ਦੇ ਵਿੱਚ ਨੱਕੀ ਹੋਣਾ ਚਾਹੀਦਾ। जो कारपोरेशन में बजट पास हुआ है 106 करोड़ का, उसके बारे में आपका क्या कहना है? देखिए, इसके लिए मैं शहरवासियों को और अपने समूह पार्षदों को बधाई देता हूं कि जिन्होंने 106 करोड़ रुपए का जो आज बजट पास किया है। पर साथ के साथ शर्मदायक बात यह है कि जो शहर के मुद्दे हैं उस पर कोई बात नहीं हो रही। जो शहर के पेंडिंग काम है वो एक पैसे का भी शुरू नहीं हुआ। शहर में हमें लोगों ने तकरीबन 1 साल हो गया है, हमें चुना है, हमें हाउस में भेजा है, पर हम लोगों को जहाँ जवाबदेही है वहाँ पे हम शहर के विकास के लिए भी जवाबदेही है। शहर में अभी तक एक ईंट भी कारपोरेशन की तरफ से नहीं लगी है, जिसका सरासर जो इसका आरोप है वो मैं मेयर सरदार कुलवंत सिंह और आज़ाद ग्रुप और कांग्रेस पे लगाता हूँ। क्या आप इसको मानते हैं कि ये आज़ाद ग्रुप और कांग्रेस जो है ये मिलकर कुछ साजिश है इनकी आपस में, फूट भी हमने आ रही है, कैसी बात है? देखिए, इनकी साजिश यही है कि सारे कोई अपनी जेबें भरने पे लगा हुआ है। अब ये गल जब सबसे बड़ा मुद्दा जो शहर का है वो है पेड़ पार्किंग का। पेड़ पार्किंग पे शुरू से ही भारतीय जनता पार्टी के समूह जोन से काउंसलर है वो इकट्ठे खड़े होकर इस बात का विरोध करते आ रहे हैं, हाउस में भी और हाउस के बाहर भी। जब हमने पिछली मीटिंग पे पेड़ पार्किंग के ऊपर अपनी आवाज़ बुलंद की तो हमें मेयर साहब ने ये बोला गया कि अगर आप पेड़ पार्किंग रद्द करवाना चाहते हैं तो हमें उसका कोई अल्टरनेटिव बताइए। तो मैं आपके चैनल के माध्यम से मेयर साहब से एक चीज़ पूछना चाहता हूँ कि अगर हमारे पास इतना फंड नहीं है या हमारे पास अगर इतना बजट नहीं है तो हम जो 30 लाख रुपए आपने अपने नए दफ्तर के लिए सिर्फ और सिर्फ एक लग्जरी पाने के लिए जो खोला है, जो लगाया है, वो क्यों लगाया है? वही 30 लाख अगर हम पेड़ पार्किंग के मुद्दे पे लगाते तो शायद 6-7 महीने लोगों को रिलैक्सेशन मिल सकती। एक सवाल करना चाहता हूँ कि मेयर साहब के पास पहले ऑफिस नहीं था? मेयर साहब के पास एक ऑफिस जो कि हर एक कॉरपोरेशन में सरकार की तरफ से जो बना के दिया जाता है वो था, जिसमें तकरीबन 60 से 70 लाख रुपए लागत आई थी। पर जैसे कि हम लोग सब जानते हैं वो JLPL के MD है, तो उनकी खुद वो एक लग्जरी चाहते हैं। लोगों को लग्जरी देना उनका कोई मोटिव नहीं है, लोगों को सहूलत देना उनका कोई भी उनका मन में नहीं है, पर उनको सिर्फ काम यही है कि मैं खुद लग्जरी लूँ। इसीलिए उन्होंने अपने दफ्तर पे ज़्यादा कॉन्सेंट्रेट किया है, ना कि शहर पे।